ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਮੇਲ-ਜੋਲ ਭਾਗ 19ਵਾਂ ਖੇਡਾਂ। ਸਮੱਸਿਆਵਾਂ ਸੁਲਝਾਉਣਾ ਮਨੁੱਖੀ ਦਿਮਾਗੀ ਦੀ ਸਭ ਤੋਂ ਵੱਡੀ ਮੌਜ ਹੁੰਦੀ ਹੈ। ਜਦੋਂ ਸਾਡੇ ਕੋਲ ਅਸਲੀ ਸਮੱਸਿਆਵਾਂ ਨਾ ਹੋਣ ਤਾਂ ਅਸੀਂ ਨਕਲੀ ਸਮੱਸਿਆਵਾਂ ਉਪਜਾ ਲੈਂਦੇ ਹਾਂ, ਜਿਨ੍ਹਾਂ ਨੂੰ ਦੂਜੇ ਸ਼ਬਦਾਂ ਵਿੱਚ ਖੇਡਾਂ ਕਹਿੰਦੇ ਹਨ। ਉਦਾਹਰਨ ਵਜੋਂ ਤਾਸ਼ ਦੀ ਖੇਡ ਕੀ ਹੈ? ਇਹ ਖੇਡ ਦੋਸਤਾਂ ਜਾਂ ਜਾਣੂਆਂ ਨਾਲ ਹੀ ਖੇਡੀ ਜਾਂਦੀ ਹੈ। ਅਸੀਂ ਇੱਕ ਦੂਜੇ ਨੂੰ ਆਪਣੇ ਦੁਸ਼ਮਣ ਜਾਂ ਵਿਰੋਧੀ ਮਿਥ ਲੈਂਦੇ ਹਾਂ ਅਤੇ ਉਹਨਾਂ ਨੂੰ ਹਰਾਉਣ ਦਾ ਯਤਨ ਕਰਦੇ ਹਾਂ। ਜੇ ਅਸੀਂ ਸਫਲ ਹੋ ਜਾਈਏ ਤਾਂ ਖੁਸ਼ ਹੁੰਦੇ ਹਾਂ, ਜੇ ਅਸਫਲ ਹੋਈਏ ਤਾਂ ਦੂਜਿਆਂ ਦੇ ਤਾਨੇ ਮਿਹਣੇ ਸੁਣਨੇ ਪੈਂਦੇ ਹਨ। ਇਵੇਂ ਮਨ ਪਰਚਾਵਾ ਵੀ ਹੋ ਜਾਂਦਾ ਹੈ, ਵਿਹਲਾ ਸਮਾਂ ਵੀ ਲੰਘ ਜਾਂਦਾ ਹੈ ਅਤੇ ਮਿਲ ਬੈਠਣ ਦਾ ਅਵਸਰ ਮਾਣਨ ਦਾ ਅਨੁਭਵ ਵੀ ਪ੍ਰਾਪਤ ਹੁੰਦਾ ਹੈ। ਖੇਡ ਦੇ ਉਪਰੋਕਤ ਸਿਧਾਂਤ ਨੂੰ ਸਭ ਪ੍ਰਕਾਰ ਦੀਆਂ ਖੇਡਾਂ ਉੱਤੇ ਲਾਗੂ ਕੀਤਾ ਜਾ ਸਕਦਾ ਹੈ। ਪੁਰਾਣੇ ਜ਼ਮਾਨੇ ਵਿੱਚ ਅਜਿਹੇ ਮੁਕਾਬਲੇ ਸ਼ਿਕਾਰ ਕਰਨ ਦੇ ਖੇਤਰ ਵਿੱਚ ਹੁੰਦੇ ਹਨ। ਸ਼ਿਕਾਰ ਕਰਨ ਵਿੱਚ ਜਿੱਤਣ ਜਾਂ ਸਫਲ ਹੋਣ ਦੀ ਸੰਭਾਵਨਾਵਾਂ ਅਤੇ ਹਾਰਨ ਜਾਂ ਅਸਫਲ ਹੋਣ ਦਾ ਡਰ ਬਣਿਆ ਰਹਿੰਦਾ ਸੀ। ਪੁਰਾਣੇ ਸਮਿਆਂ ਵਿੱਚ ਸ਼ਿਕਾਰ ਕੀਤੇ ਜਾਨਵਰ ਦਾਅ ਉੱਤੇ ਲਾਏ ਜਾਂਦੇ ਸਨ, ਜਦੋਂ ਕਿ ਅੱਜ ਕੱਲ੍ਹ ਰੁਪਏ ਪੈਸੇ ਆਦਿ ਦਾਅ ਉੱਤੇ ਲੱਗਦੇ ਹਨ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪੁਰਾਣੇ ਸਮੇਂ ਦੇ ਜੀਵਨ ਨਿਰਵਾਹ ਦੇ ਸਾਧਨ ਅੱਜ ਕੱਲ੍ਹ ਦੇ ਮਨ ਪਰਚਾਵੇ ਬਣ ਗਏ ਹਨ। ਦੌੜੇ ਜਾਂਦੇ ਜ਼ਖਮੀ ਜਾਨਵਰ ਨੂੰ ਦੌੜ ਕੇ ਫੜਨਾ, ਲੰਬੀ ਛਾਲ ਨਾਲ ਖਾਲ ਟੱਪਣੀ, ਉਛਲ ਕੇ ਰੁਕਾਵਟ ਉਲੰਘਣੀ, ਘੋੜੇ ਦੀ ਸਵਾਰੀ ਕਰਨੀ, ਦੂਰ ਤੱਕ ਪੱਥਰ ਸੁੱਟਣਾ, ਨੇਜਾ ਚਲਾਉਣਾ, ਤਲਵਾਰ ਚਲਾਉਣੀ, ਵੇੜੀ ਰਾਹੀਂ ਪਾਣੀ ਵਾਲੇ ਰਾਹ ਪਾਰ ਕਰਨਾ ਆਦਿ ਪੁਰਾਤਨ ਮਨੁੱਖ ਦੀ ਉਪਜੀਵਿਕਾ ਦਾ ਆਧਾਰ ਸਨ। ਪਰ ਇਹ ਅੱਜ ਕੱਲ੍ਹ ਦੀਆਂ ਅੰਤਰਰਾਸ਼ਟਰੀ ਖੇਡਾਂ ਹਨ। ਜਿਸ ਕਿਸਮ ਦੀਆਂ ਚੁਸਤੀਆਂ ਪਰਿਵਰਤਨ ਜੀਵਨ ਦੇ ਸੁੰਦਰਮ ਵਿੱਚ ਜ਼ਰੂਰੀ ਸਨ, ਉਹ ਅੱਜ ਕੱਲ੍ਹ ਵਪਾਰਕ ਦਾਅ ਪੇਚ ਕਹਾਉਂਦੀਆਂ ਹਨ। ਸ਼ਿਕਾਰ ਯੁੱਗ ਵਿੱਚ ਮਨੁੱਖ ਚਲਾਕੀ ਅਤੇ ਧੋਖੇ ਤੋਂ ਕੰਮ ਲੈਂਦਾ ਰਿਹਾ ਹੈ। ਇਵੇਂ ਝੂਠ ਬੋਲਣਾ, ਧੋਖਾ ਦੇਣਾ, ਪੁਚਲਾਉਣਾ, ਚਲਾਕੀ ਨਾਲ ਫਸਾਉਣਾ ਆਦਿ ਪੈਂਤੜਿਆਂ ਨੂੰ ਵਰਤ ਕੇ ਹੀ ਮਨੁੱਖ ਨੇ ਆਪਣੀ ਹੋਂਦ ਬਣਾਈ ਰੱਖੀ ਹੈ। ਜਿਵੇਂ ਇਮਾਨਦਾਰੀ ਨਾਲ ਸ਼ਿਕਾਰ ਕਰਨਾ ਸੰਭਵ ਨਹੀਂ ਹੁੰਦਾ, ਉਵੇਂ ਹੀ ਮਨੁੱਖ ਨੇ ਧਾਰਨਾ ਬਣਾ ਲਈ ਹੈ ਕਿ ਇਮਾਨਦਾਰੀ ਨਾਲ ਵਪਾਰ ਨਹੀਂ ਕੀਤਾ ਜਾ ਸਕਦਾ। ਮੱਛੀ ਫੜਨ ਵਾਲੇ ਮਨੁੱਖ ਪੈਂਤੜਾ ਜਾਂ ਕੁੰਡੀ ਨਾਲ ਆਟਾ ਲਾ ਕੇ ਦੋਸਤੀ ਵਾਲਾ ਵਰਤਦਾ ਹੈ, ਪਰ ਦਿੰਦਾ ਧੋਖਾ ਹੈ। ਪੁਰਾਣੇ ਜ਼ਮਾਨੇ ਵਾਂਗ ਹੁਣ ਵੀ ਖੇਡ ਵਿੱਚ ਆਪਣੇ ਵਿਰੋਧੀ ਦੀ ਅਗੇਨਤਾ ਦਾ ਪੂਰਾ ਲਾਭ ਉਠਾਉਣ ਦਾ ਯਤਨ ਕੀਤਾ ਜਾਂਦਾ ਹੈ। ਉਸ ਜ਼ਮਾਨੇ ਵਿੱਚ ਵੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਆਪਣੇ ਵਿਰੋਧੀ ਨੂੰ ਭੁਚਲਾ ਕੇ ਆਪਣਾ ਉੱਲੂ ਸਿੱਧਾ ਕੀਤਾ ਜਾਵੇ। ਉਦਾਹਰਨ ਵਜੋਂ ਹਾਕੀ ਨੂੰ ਖੇਡ ਚਲਾਕੀ ਕਿਹਾ ਜਾਂਦਾ ਹੈ। ਕੋਈ ਵੀ ਵਿਅਕਤੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਨੇ ਸਾਰੀਆਂ ਖੇਡਾਂ ਖੇਡੀਆਂ ਹਨ। ਆਧੁਨਿਕ ਯੁੱਗ ਵਿਸ਼ੇਸ਼ਕ ਬਣਨ ਦਾ ਯੁੱਗ ਹੈ ਅਤੇ ਖੇਡਾਂ ਇਤਨੀਆਂ ਗੁੰਝਲਦਾਰ ਹੋ ਗਈਆਂ ਹਨ ਕਿ ਕਿਸੇ ਇੱਕ ਖੇਡ ਵਿੱਚ ਮੁਹਾਰਤ ਪ੍ਰਾਪਤ ਕਰਨ ਵਿੱਚ ਹੀ ਜੀਵਨ ਦਾ ਸਾਰਾ ਚੁਸਤ ਭਾਗ ਖਰਚ ਹੋ ਜਾਂਦਾ ਹੈ। ਜੀਵਨ ਦੇ ਹਰ ਖੇਤਰ ਵਿੱਚ ਵੰਨ ਸੁਵੰਨਤਾ ਇਸ ਹੱਦ ਤੱਕ ਵੱਧ ਗਈ ਹੈ ਕਿ ਸਾਰੀਆਂ ਖੇਡਾਂ ਦਾ ਲੇਖਾ ਜੋਖਾ ਵੀ ਸੰਭਵ ਨਹੀਂ, ਪਰ ਸਾਰੀਆਂ ਖੇਡਾਂ ਦੇ ਸਿਧਾਂਤਕ ਅਤੇ ਮਨੋਵਿਗਿਆਨਕ ਆਧਾਰ ਸਾਂਝੇ ਹਨ। ਇਸੇ ਕਾਰਨ ਕਰਕੇ ਜਿਸ ਕਿਸੇ ਨੂੰ ਵੀ ਕੋਈ ਇੱਕ ਖੇਡ ਆਉਂਦੀ ਹੈ, ਉਹ ਕਿਸੇ ਵੀ ਹੋਰ ਖੇਡ ਦੀਆਂ ਮੁਸ਼ਕਲਾਂ ਅਤੇ ਜੋਸ਼ ਵਾਲੀਆਂ ਸਥਿਤੀਆਂ ਸਹਿਜੇ ਹੀ ਸਮਝ ਸਕਦਾ ਹੈ ਅਤੇ ਉਹਨਾਂ ਦਾ ਆਨੰਦ ਮਾਣ ਸਕਦਾ ਹੈ। ਖੇਡਾਂ ਦਾ ਸਥਾਨਕ ਭੂਗੋਲਿਕ ਸਥਿਤੀ ਅਤੇ ਸੱਭਿਆਚਾਰਕ ਨਾਲ ਡੂੰਘਾ ਸੰਬੰਧ ਹੁੰਦਾ ਹੈ। ਉਦਾਹਰਨ ਵਜੋਂ ਕਬੱਡੀ, ਕੁਸ਼ਤੀ ਆਦਿ ਪੰਜਾਬ ਦੀਆਂ ਮਨਭਾਉਂਦੀਆਂ ਖੇਡਾਂ ਹਨ। ਇਹਨਾਂ ਦੇ ਹਰਮਨ ਪਿਆਰੇ ਹੋਣ ਵਿੱਚ ਪੰਜਾਬ ਦਾ ਖੇਤੀਬਾੜੀ ਪ੍ਰਧਾਨ ਹੋਣਾ ਸਭ ਤੋਂ ਵੱਡਾ ਸਹਾਇਕ ਕਾਰਨ ਹੈ। ਕਬੱਡੀ ਅਤੇ ਕੁਸ਼ਤੀ ਸਰੀਰਕ ਤਕੜਾਈ ਅਤੇ ਕਰੜਾਈ ਦਾ ਮੁਕਾਬਲਾ ਹੁੰਦੀਆਂ ਹਨ।
ਸਰੀਰਕ ਤਕੜਾਈ ਅਤੇ ਕੜਾਈ ਖੇਤੀਬਾੜੀ ਦੇ ਕੰਮਾਂ ਵਿੱਚ ਸਹਾਈ ਹੁੰਦੀ ਹੈ। ਜਿਨ੍ਹਾਂ ਦੇਸ਼ਾਂ ਵਿੱਚ ਜਿਸਮਾਨੀ ਤਾਕਤ ਦੀ ਲੋੜ ਪੈਂਦੀ ਹੈ, ਉੱਥੇ ਖੇਡਾਂ ਵੀ ਸਰੀਰਕ ਤਕੜਾਈ ਦੀ ਥਾਂ ਮਾਨਸਿਕ ਚਤੁਰਾਈ ਵਾਲੀਆਂ ਹਨ। ਸ਼ਤਰੰਜ, ਬ੍ਰਿਜ ਆਦਿ ਮਾਨਸਿਕ ਚਤੁਰਾਈ ਦੀਆਂ ਖੇਡਾਂ ਹਨ। ਉਂਝ ਵੀ ਅਕਸਰ ਤਬਕਾ ਬੈਡਮਿੰਟਨ, ਲਾਈਨ ਟੈਨਿਸ, ਗੋਲਫ ਆਦਿ ਹਲਕੀਆਂ ਫੁਲਕੀਆਂ ਖੇਡਾਂ ਖੇਡਦਾ ਹੈ, ਕਿਉਂਕਿ ਉਹਨਾਂ ਨੂੰ ਹਲਕੀ ਫੁਲਕੀ ਸਰੀਰਕ ਕਸਰਤ ਅਤੇ ਚੁਸਤੀ ਦੀ ਹੀ ਲੋੜ ਹੁੰਦੀ ਹੈ। ਇਵੇਂ ਹੀ ਅਮੀਰ ਲੋਕ ਮਹਿੰਗੀਆਂ ਪਰ ਹਲਕੀਆਂ ਖੇਡਾਂ ਖੇਡਦੇ ਹਨ। ਇਸ ਦੇ ਨਾਲ ਹੀ ਖੇਡਾਂ ਆਰਥਿਕਤਾ ਨਾਲ ਵੀ ਜੁੜੀਆਂ ਹੋਈਆਂ ਹਨ। ਉਦਾਹਰਨ ਵਜੋਂ ਕੁਸ਼ਤੀ ਅਤੇ ਕਬੱਡੀ ਪੰਜਾਬ ਦੀ ਗਰੀਬ ਕਿਰਸਾਨੀ ਦੀਆਂ ਖੇਡਾਂ ਹਨ। ਇਹਨਾਂ ਦੋਹਾਂ ਖੇਡਾਂ ਵਿੱਚ ਕਿਸੇ ਪ੍ਰਕਾਰ ਦੇ ਸਾਜ਼ ਸਮਾਨ ਦੀ ਲੋੜ ਨਹੀਂ ਪੈਂਦੀ, ਸਗੋਂ ਖੇਡਣ ਵਾਲਿਆਂ ਨੂੰ ਪਾਏ ਹੋਏ ਕੱਪੜੇ ਵੀ ਲਾਉਣੇ ਪੈਂਦੇ ਹਨ। ਇਵੇਂ ਹੀ ਹਾਕੀ ਪੰਜਾਬ ਦੀ ਥੋੜ੍ਹੀ ਜਿਹੀ ਖੁਸ਼ਹਾਲ ਕਿਰਸਾਨੀ ਦੀ ਖੇਡ ਹੈ। ਹਾਕੀ ਨੂੰ ਪੰਜਾਬੀਆਂ ਨੇ ਅਪਣਾ ਲਿਆ ਹੈ ਅਤੇ ਇਹ ਉਹਨਾਂ ਦੇ ਨਾਂ ਨਾਲ ਜੁੜ ਗਈ ਹੈ, ਪਰ ਜਿਹੋ ਜਿਹੀ ਹਾਕੀ ਅਸੀਂ ਖੇਡਦੇ ਹਾਂ ਉਹ ਪੰਜਾਬੀ ਖੇਡ ਨਹੀਂ, ਸਗੋਂ ਟੱਲੇ ਮਾਰਨ ਦਾ ਅੰਤਰਰਾਸ਼ਟਰੀ ਰੂਪ ਹੈ। ਕ੍ਰਿਕਟ ਅਮੀਰ ਅਤੇ ਖੁਸ਼ਹਾਲ ਮੁਲਕ ਦੀ ਖੇਡ ਰਹੀ ਹੈ। ਇਸ ਖੇਡ ਦਾ ਪ੍ਰਭਾਵ ਵੀ ਉਹਨਾਂ ਮੁਲਕਾਂ ਉੱਤੇ ਪਿਆ ਹੈ ਜਿਹੜੇ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਰਹੇ ਹਨ, ਕਿਉਂਕਿ ਇਹ ਆਰਥਿਕ ਪੱਖੋਂ ਹਾਕਮ ਜਮਾਤ ਦੀ ਖੇਡ ਰਹੀ ਹੈ। ਇਸੇ ਲਈ ਹਾਕਮ ਜਮਾਤ ਪ੍ਰਤੀ ਆਪਣਾ ਵਿਰੋਧ ਪ੍ਰਗਟਾਉਣ ਲਈ ਕਈ ਵਾਰੀ ਗਰੀਬ ਖਿਡਾਰੀ ਇਸ ਨੂੰ ਵੇਲੜਾਂ ਦੀ ਖੇਡ ਕਹਿੰਦੇ ਹਨ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਜਿਸ ਪ੍ਰਕਾਰ ਦੇ ਲੋਕ ਇਹ ਖੇਡ ਖੇਡਦੇ ਹਨ, ਉਹਨਾਂ ਕੋਲ ਸਮੇਂ ਅਤੇ ਪੈਸੇ ਦੀ ਕਦੀ ਘਾਟ ਨਹੀਂ ਰਹੀ। ਜਿਨ੍ਹਾਂ ਮੁਲਕਾਂ ਨੇ ਕ੍ਰਿਕਟ ਖੇਡ ਅਪਣਾਈ ਹੈ, ਉੱਥੇ ਵੀ ਇਹ ਹਾਕਮ ਜਮਾਤਾਂ ਦੇ ਸਾਹਿਬਜ਼ਾਦਿਆਂ ਜਾਂ ਅਮੀਰਜ਼ਾਦਿਆਂ ਦੀ ਖੇਡ ਬਣ ਗਈ ਹੈ। ਭਾਰਤ ਵਿੱਚ ਇਸ ਖੇਡ ਦੀ ਸ਼ਾਨ ਸ਼ੌਕਤ ਸਾਹਮਣੇ ਹਾਕੀ, ਫੁੱਟਬਾਲ ਆਦਿ ਬੜੀਆਂ ਨਮਾਣੀਆਂ ਖੇਡਾਂ ਹਨ। ਅਰਥਾৎ ਇਹ ਗਰੀਬ ਘਰਾਂ ਦੇ ਮੁੰਡਿਆਂ ਦੇ ਖੇਡਣ ਲਈ ਹੀ ਰਹਿ ਗਈਆਂ ਹਨ। ਹਰ ਖੇਡ ਦੇ ਕੁਝ ਨਿਯਮ ਹੁੰਦੇ ਹਨ। ਉਦਾਹਰਨ ਵਜੋਂ ਹਾਕੀ ਦੇ ਨਿਯਮ ਫੁੱਟਬਾਲ ਜਾਂ ਵਾਲੀਬਾਲ ਦੇ ਨਿਯਮਾਂ ਤੋਂ ਭਿੰਨ ਹਨ। ਨਿਯਮਾਂ ਦੀ ਭਿੰਨਤਾ ਦੇ ਬਾਵਜੂਦ ਸਾਰੀਆਂ ਖੇਡਾਂ ਦਾ ਸਿਧਾਂਤ ਇੱਕ ਹੈ। ਇਹ ਸਿਧਾਂਤ ਹਿੱਤਾਂ ਦਾ ਵਿਰੋਧ ਹੈ। ਦੋਵੇਂ ਧਿਰਾਂ ਹਰ ਹੀਲੇ ਜਿੱਤਣਾ ਚਾਹੁੰਦੀਆਂ ਹਨ, ਕਿਉਂਕਿ ਖੇਡਾਂ ਮੁਕਾਬਲੇ ਦੇ ਨਕਲੀ ਅਵਸਰ ਪ੍ਰਦਾਨ ਕਰਦੀਆਂ ਹਨ। ਕੁਝ ਲੋਕ ਖਿਡਾਰੀਆਂ ਦੇ ਰੂਪ ਵਿੱਚ ਇਹਨਾਂ ਨੂੰ ਖੇਡ ਕੇ ਆਨੰਦ ਮਾਣਦੇ ਹਨ ਅਤੇ ਲੋਕਾਂ ਦੀ ਵੱਡੀ ਗਿਣਤੀ ਖੇਡਣ ਵਾਲਿਆਂ ਨੂੰ ਵੇਖ ਕੇ ਖੁਸ਼ ਹੁੰਦੀ ਹੈ। ਜਿਨ੍ਹਾਂ ਦੇਸ਼ਾਂ ਵਿੱਚ ਰਾਜਸੀ ਆਗੂ ਭ੍ਰਿਸ਼ਟ ਹੋ ਜਾਂਦੇ ਹਨ, ਉੱਥੋਂ ਦੇ ਲੋਕ ਖਿਡਾਰੀਆਂ ਅਤੇ ਫਿਲਮ ਅਦਾਕਾਰਾਂ ਨੂੰ ਆਪਣੇ ਨਾਇਕ ਮਿਥ ਲੈਂਦੇ ਹਨ। ਖੇਡਾਂ ਇਸ ਲਈ ਵੀ ਹਰਮਨ ਪਿਆਰੀਆਂ ਹੋ ਰਹੀਆਂ ਹਨ ਕਿਉਂਕਿ ਇਹਨਾਂ ਵਿੱਚ ਜਿੱਤ ਹਾਰ ਦਾ ਨਿਰਣਾ ਬਿਨਾਂ ਕਿਸੇ ਦੇਰੀ ਦੇ ਸਪਸ਼ਟ ਹੋ ਜਾਂਦਾ ਹੈ। ਇਵੇਂ ਖੇਡਾਂ ਮੁਕਾਬਲੇ ਦੀ ਫਿਰਤੀ ਨੂੰ ਪ੍ਰਚੰਡ ਕਰਦੀਆਂ ਹਨ ਅਤੇ ਆਪਣੇ ਹਿੱਤਾਂ ਪ੍ਰਤੀ ਸੁਚੇਤ ਹੋਣ ਦੀ ਭਾਵਨਾ ਜਗਾਉਂਦੀਆਂ ਹਨ। ਹਿੱਤਾਂ ਦਾ ਵਿਰੋਧ ਖੇਡਾਂ ਵਿੱਚ ਹੀ ਨਹੀਂ, ਜੀਵਨ ਦੇ ਹਰ ਖੇਤਰ ਵਿੱਚ ਵਿਦਮਾਨ ਹੈ। ਆਪਣੇ ਕਿਸੇ ਇੱਕ ਦਿਨ ਦੇ ਕਾਰਜ ਦੀ ਕਲਪਨਾ ਕਰੋ। ਹਰ ਪੜਾਅ ਉੱਤੇ ਸਾਨੂੰ ਵਿਰੋਧਤਾ ਦਾ ਸਾਹਮਣਾ ਕਰਦਿਆਂ ਆਪਣੇ ਹਿੱਤਾਂ ਦੀ ਰੱਖਿਆ ਕਰਨੀ ਪੈਂਦੀ ਹੈ। ਸਾਰਾ ਜੀਵਨ ਅਤੇ ਜੀਵਨ ਦੇ ਅਨੁਭਵਾਂ ਨੂੰ ਪ੍ਰਗਟਾਉਣ ਵਾਲਾ ਸਾਰਾ ਸਾਹਿਤ ਹਿੱਤਾਂ ਦੀ ਟੱਕਰ ਹੀ ਤਾਂ ਹੈ। ਕਿੱਸਾ ਕਾਵਿ, ਬਾਰ ਸਾਹਿਤ ਅਤੇ ਨਾਟਕ ਤਾਂ ਹੈ ਹੀ ਦੋ ਵਿਰੋਧੀ ਧਿਰਾਂ ਦੀ ਆਪਸੀ ਟੱਕਰ। ਹਰ ਧਰਮ ਦੀ ਬਾਣੀ ਧਰਮ ਅਤੇ ਆਧਰਮ, ਗੁਰਮੁਖ ਅਤੇ ਮਨਮੁਖ ਦੀ ਟੱਕਰ ਨੂੰ ਪੇਸ਼ ਕਰਦੀ ਹੈ। ਖੇਡਾਂ ਹੀ ਨਹੀਂ, ਸਗੋਂ ਕਿਸੇ ਵੀ ਟੱਕਰ ਵਿੱਚੋਂ ਸਾਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਹਿੱਤਾਂ ਦੀ ਟੱਕਰ ਮਾਲਕਾਂ ਅਤੇ ਮਜ਼ਦੂਰਾਂ ਵਿੱਚ, ਹੁਕੂਮਤ ਅਤੇ ਪਰਜਾ ਵਿੱਚ, ਰਾਜਨੀਤਿਕ ਪਾਰਟੀਆਂ ਵਿੱਚ, ਵਿਆਹ ਸਮੇਂ ਦੋ ਟੱਬਰਾਂ ਵਿੱਚ, ਪੁਰਸ਼ ਅਤੇ ਇਸਤਰੀ ਵਿੱਚ ਹਰ ਸਮੇਂ ਹੀ ਚੱਲਦੀ ਰਹਿੰਦੀ ਹੈ। ਜੰਗਾਂ ਵਾਂਗ ਹੀ ਚੋਣਾਂ ਵੀ ਮੈਚ ਹਨ ਅਤੇ ਇਹ ਵੀ ਖੇਡਾਂ ਦੇ ਸਿਧਾਂਤਕ ਆਧਾਰਾਂ ਅਨੁਸਾਰ ਹੀ ਲੜੀਆਂ ਜਾਂਦੀਆਂ ਹਨ। ਇਸੇ ਕਰਕੇ ਜੰਗਾਂ, ਚੋਣਾਂ ਅਤੇ ਖੇਡਾਂ ਵਿਚਲੀ ਸ਼ਬਦਾਵਲੀ ਇੱਕ ਦੂਜੇ ਵਰਤਾਰੇ ਲਈ ਵਰਤੀ ਜਾਣ ਲੱਗ ਪਈ ਹੈ।
ਟੱਕਰ ਨੂੰ ਜਿਉਂਦਿਆਂ ਰੱਖਣ ਲਈ ਸੰਘਰਸ਼ ਅਰਥਾਤ ਜੱਦੋ-ਜਹਿਦ ਚੱਲਦੀ ਰਹਿੰਦੀ ਹੈ। ਖੇਡਾਂ ਵਿੱਚ ਇਹ ਟੱਕਰ ਜਿਸਮਾਨੀ ਹੁੰਦੀ ਹੈ, ਜਦੋਂ ਕਿ ਪਿਆਰ ਵਿੱਚ ਇਹ ਭਾਵਨਾਤਮਕ ਅਤੇ ਰਾਜਨੀਤੀ ਵਿੱਚ ਇਹ ਆਰਥਿਕ ਰੂਪ ਧਾਰ ਲੈਂਦੀ ਹੈ। ਕੁਝ ਬੰਦੇ ਹਾਕੀ, ਫੁੱਟਬਾਲ ਵਿੱਚ ਰੁੱਝੇ ਹੋਏ ਹਨ। ਕੁਝ ਰਾਜਨੀਤਿਕ ਅਖਾੜੇ ਵਿੱਚ ਗੁੱਥਮ-ਗੁੱਥਾ ਹੋ ਰਹੇ ਹਨ। ਕੁਝ ਵਪਾਰ ਵਿੱਚ ਇੱਕ ਦੂਜੇ ਤੋਂ ਅੱਗੇ ਲੱਗਣ, ਵਧੇਰੇ ਗੋਲ ਕਰਨ ਅਰਥਾਤ ਵਧੇਰੇ ਮੁਨਾਫਾ ਕਮਾਉਣ ਦੀ ਦੌੜ ਵਿੱਚ ਗਲਤਾਨ ਹਨ ਅਤੇ ਕੁਝ ਸਾਹਿਤ ਵਿੱਚ ਆਪਣੀ ਕਲਪਨਾ ਦੇ ਸਹਾਰੇ ਟੱਕਰ ਉਸਾਰ ਰਹੇ ਹਨ। ਜਿਨ੍ਹਾਂ ਦਾ ਕੋਈ ਵੱਸ ਨਹੀਂ ਚੱਲਦਾ, ਉਹ ਆਪਣੀ ਕਿਸਮਤ ਨਾਲ ਟੱਕਰਾਂ ਮਾਰ ਰਹੇ ਹਨ ਅਤੇ ਹਾਰੇ ਹੋਏ ਖਿਡਾਰੀਆਂ ਵਾਂਗ ਵਿਹਾਰ ਕਰ ਰਹੇ ਹਨ। ਇਵੇਂ ਸੰਸਾਰ ਵੰਨ-ਸੁਵੰਨੀਆਂ ਖੇਡਾਂ ਦਾ ਇੱਕ ਨਿਰੰਤਰ ਅਖਾੜਾ ਹੈ, ਜਿਸ ਨੂੰ ਜਗਤ ਤਮਾਸ਼ਾ ਕਿਹਾ ਗਿਆ ਹੈ। ਹੁਣ ਹਰ 4 ਸਾਲ ਮਗਰੋਂ ਓਲੰਪਿਕ ਖੇਡਾਂ ਦੌਰਾਨ ਹਰ ਦੇਸ਼ ਸਮੁੱਚੇ ਸੰਸਾਰ ਨਾਲ ਟਕਰਾਉਂਦਾ ਹੈ। ਗਿਣਤ ਵਿਗਿਆਨ ਨੇ ਖੇਡਾਂ ਦੇ ਸਿਧਾਂਤਕ ਪੱਖ ਨੂੰ ਖੋਜ ਦਾ ਵਿਸ਼ਾ ਸਵੀਕਾਰ ਕਰ ਲਿਆ ਹੈ। ਇਸ ਸਿਧਾਂਤ ਅਨੁਸਾਰ ਅਸਲ ਟੱਕਰ ਵਿੱਚ 2 ਵਿਅਕਤੀ ਹੀ ਆਹਮਣੇ-ਸਾਹਮਣੇ ਟੱਕਰਦੇ ਹਨ। ਅਸਲ ਟੱਕਰ ਹੈ ਹੀ 2 ਖਿਡਾਰੀਆਂ ਦੀ। ਬਾਕੀ ਸਭ ਕੁਝ ਇਹਨਾਂ 2 ਖਿਡਾਰੀਆਂ ਜਾਂ ਕਪਤਾਨਾਂ ਦੇ ਸੁੰਦਰਮ ਵਿੱਚ ਹੀ ਹੁੰਦਾ ਹੈ। ਬਾਕੀ ਸਾਰੇ ਖਿਡਾਰੀ ਇਹਨਾਂ ਦੋਨਾਂ ਖਿਡਾਰੀਆਂ ਦੀਆਂ ਭੁਜਾਵਾਂ ਹਨ, ਅਰਥਾਤ ਉਹਨਾਂ ਦੇ ਅੰਗ-ਸੰਗ ਵਿਸਤਾਰ ਹਨ, ਜਾਂ ਇਵੇਂ ਕਹਿ ਲਓ ਕਿ 2 ਕਪਤਾਨ ਆਪਣੀ ਬਰਾਬਰ ਦੀ ਸਮਰੱਥਾ ਨਾਲ ਭਿੜਦੇ ਹਨ। ਇਹ ਸਮਰੱਥਾ ਟੀਮ ਤੋਂ ਪ੍ਰਾਪਤ ਹੁੰਦੀ ਹੈ। ਉਦਾਹਰਨ ਵਜੋਂ ਫੁੱਲ-ਬੈਕ ਦੀ ਫੁੱਲ-ਬੈਕ ਨਾਲ ਟੱਕਰ ਹੈ। ਇਵੇਂ ਜੰਗ ਵਿੱਚ ਟੈਂਕ ਵਾਲਾ ਟੈਂਕ ਵਾਲੇ ਨਾਲ ਭਿੜਦਾ ਹੈ। ਬਾਕੀ ਸਾਰੇ ਟੱਕਰ ਵਿੱਚ ਰੁੱਝੇ ਹੋਏ ਇੱਕ ਕਮਾਂਡਰ ਦੇ ਸੰਯੋਗ ਲਈ ਹਨ। ਹਾਕੀ ਵਿੱਚ ਗੇਂਦ ਇੱਕ ਸਮੇਂ ਇੱਕ ਦੇ ਆਧਾਰ ਵਿੱਚ ਹੀ ਹੋਵੇਗੀ ਅਤੇ ਉਸ ਨੂੰ ਅਕਸਰ ਇੱਕ ਹੀ ਵਿਰੋਧੀ ਹਥਿਆਉਣ ਦੀ ਕੋਸ਼ਿਸ਼ ਕਰੇਗਾ। ਸ਼ਤਰੰਜ ਵਿੱਚ ਟੱਕਰ 2 ਵਿਰੋਧੀ ਰਾਜਿਆਂ ਵਿੱਚ ਹੁੰਦੀ ਹੈ। ਪਿਆਦੇ, ਘੋੜੇ, ਹਾਥੀ ਆਦਿ ਤਾਂ ਉਹਨਾਂ ਦੀ ਟੱਕਰ ਦੇ ਵੱਖ-ਵੱਖ ਪੱਖ ਹਨ। ਟੱਕਰ ਖੇਡ ਉਸ ਸਮੇਂ ਬਣਦੀ ਹੈ ਜਦੋਂ ਟੱਕਰ ਦੇ ਸਾਰੇ ਪੱਖਾਂ ਨੂੰ ਨਿਯਮਬੱਧ ਕਰ ਦਿੱਤਾ ਜਾਵੇ ਅਤੇ ਅਜਿਹੇ ਨਿਯਮ ਇਸ ਹੱਦ ਤੱਕ ਸਪਸ਼ਟ ਹੋ ਜਾਣ ਕਿ ਉਹ ਉਸ ਖੇਡ ਵਿੱਚ ਮਾੜੀ-ਮੋਟੀ ਦਿਲਚਸਪੀ ਰੱਖਣ ਵਾਲਾ ਵਿਅਕਤੀ ਵੀ ਸਮਝ ਸਕੇ ਕਿ ਟੱਕਰ ਕਿਹੜੀਆਂ 2 ਧਿਰਾਂ ਵਿੱਚ ਹੈ ਅਤੇ ਟੱਕਰ ਦੀ ਕਿਸਮ ਕੀ ਹੈ, ਜਿਵੇਂ ਕਬੱਡੀ ਵਿੱਚ ਛੂਹਣਾ, ਫੁੱਟਬਾਲ ਵਿੱਚ ਗੋਲ ਕਰਨਾ ਅਤੇ ਬਾਸਕਟਬਾਲ ਵਿੱਚ ਬਾਲ ਨੂੰ ਬਾਸਕਟ ਵਿੱਚੋਂ ਲੰਘਾਉਣਾ। ਖੇਡ ਦੇ ਸਪਸ਼ਟ ਨਿਯਮ ਅਤੇ ਵੇਖਣ ਵਾਲੇ ਦੀ ਦਿਲਚਸਪੀ ਜ਼ਰੂਰ ਆਧਾਰ ਹਨ, ਨਹੀਂ ਤਾਂ ਬੜੀਆਂ ਹਾਸੋਹੀਣੀਆਂ ਸਥਿਤੀਆਂ ਉਪਜ ਸਕਦੀਆਂ ਹਨ। ਜਿਵੇਂ ਇੱਕ ਵਾਰੀ ਇੱਕ ਅਰਬ ਮੁਲਕ ਦੇ ਇੱਕ ਸ਼ਹਿਜ਼ਾਦੇ ਨੇ ਭਾਰਤ ਵਿੱਚ ਫੁੱਟਬਾਲ ਦਾ ਇੱਕ ਮੈਚ ਦੇਖਣ ਉਪਰੰਤ ਕਿਹਾ ਸੀ, ਭਾਰਤ ਬੜਾ ਗਰੀਬ ਮੁਲਕ ਹੈ। ਇੱਥੇ ਤਾਂ 20-22 ਬੰਦੇ ਇੱਕ ਹੀ ਬਾਲ ਨਾਲ ਖੇਡਦੇ ਹਨ। ਨਿਯਮਾਂ ਦੀ ਸਪਸ਼ਟਤਾ ਸੰਬੰਧੀ ਪਹਿਲੀ ਲੋੜ ਇਹ ਹੁੰਦੀ ਹੈ ਕਿ ਵੇਖਣ ਵਾਲਾ ਅਤੇ ਖੇਡਣ ਵਾਲਾ ਵੀ 2 ਵਿਰੋਧੀ ਧਿਰਾਂ ਦੀ ਪਹਿਚਾਣ ਸਹਿਜੇ ਹੀ ਕਰ ਸਕੇ। ਇਸੇ ਕਰਕੇ 2 ਵਿਰੋਧੀ ਧਿਰਾਂ ਅਰਥਾਤ ਟੀਮਾਂ ਦੀਆਂ ਵਰਦੀਆਂ ਸਪਸ਼ਟ ਭਾਂਤ ਵੱਖਰੇ ਰੰਗਾਂ ਦੀਆਂ ਹੁੰਦੀਆਂ। ਹਰ ਖੇਡ ਦਾ ਇਨਾਮ ਭਾਵਨਾਤਮਕ ਅਰਥ ਭਾਵੇਂ ਰੱਖਦਾ ਹੋਵੇ, ਪਰ ਇਸ ਦਾ ਉਂਝ ਬਹੁਤਾ ਮਹੱਤਵ ਨਹੀਂ ਹੁੰਦਾ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਖੇਡਾਂ ਦਾ ਮੁੱਖ ਉਦੇਸ਼ ਜਿੱਤਣਾ, ਹਰਾਉਣਾ ਨਹੀਂ, ਸਗੋਂ ਮਨ ਪਰਚਾਵਾ ਕਰਨਾ ਅਤੇ ਮਿੱਤਰਤਾ ਵਧਾਉਣਾ ਹੁੰਦਾ ਹੈ। ਜੇਕਰ ਇਹ ਐਲਾਨ ਕੀਤਾ ਜਾਵੇ ਕਿ ਹਾਰਨ ਵਾਲੀ ਟੀਮ ਦੇ ਖਿਡਾਰੀਆਂ ਨੂੰ ਫਾਂਸੀ ਚੜ੍ਹਾ ਦਿੱਤਾ ਜਾਵੇਗਾ, ਤਾਂ ਖੇਡਾਂ ਸੰਬੰਧੀ ਦ੍ਰਿਸ਼ਟੀਕੋਣ ਤਾਂ ਬਦਲੇਗਾ ਹੀ, ਖੇਡਾਂ ਵੀ ਬੜੀਆਂ ਖੂੰਖਾਰ ਹੋ ਜਾਣਗੀਆਂ। ਸਪੋਰਟਸਮੈਨਸ਼ਿਪ ਦਾ ਆਧਾਰ ਵੀ ਇਨਾਮ ਦਾ ਹੀ ਦੁੱਗਣਾਪਣ ਹੀ ਸਿੱਧ ਕਰਨਾ ਹੁੰਦਾ ਹੈ। ਪ੍ਰਚਾਰ ਕੀਤਾ ਜਾਂਦਾ ਹੈ ਕਿ ਉਦੇਸ਼ ਇਨਾਮ ਪ੍ਰਾਪਤ ਕਰਨਾ ਨਹੀਂ ਹੋਣਾ ਚਾਹੀਦਾ, ਸਗੋਂ ਚੰਗਾ ਖੇਡਣਾ ਹੋਣਾ ਚਾਹੀਦਾ ਹੈ। ਹਿੰਸਾਤਮਕ ਵਿਰੋਧਾਂ ਨੂੰ ਖੇਡਾਂ ਅਤੇ ਵਿਰੋਧੀਆਂ ਨੂੰ ਖਿਡਾਰੀ ਕਹਿ ਕੇ ਸੰਘਰਸ਼ ਨੂੰ ਮਨੋਵਿਗਿਆਨਕ ਪੱਖ ਤੋਂ ਸੁਖਾਵਾਂ, ਦਿਲਚਸਪ ਅਤੇ ਉਸਾਰੂ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ। ਕਿਸਮਤ ਦਾ ਅੰਸ਼ ਖੇਡਾਂ ਵਿੱਚੋਂ ਲੋਪ ਹੁੰਦਾ ਜਾ ਰਿਹਾ ਹੈ, ਕਿਉਂਕਿ ਇੱਕ ਮੈਚ ਨਹੀਂ, ਮੈਚਾਂ ਦੀ ਲੜੀ ਖੇਡੀ ਜਾਂਦੀ ਹੈ ਤਾਂ ਜੋ ਉਹੀ ਟੀਮ ਜਾਂ ਟੋਲਾ ਜੇਤੂ ਕਰਾਰ ਕੀਤਾ ਜਾਵੇ।
ਜਿਹੜਾ ਅਸਲ ਵਿੱਚ ਵਧੇਰੇ ਮਾਹਰ ਹੋਵੇ। ਕ੍ਰਿਕਟ ਦੇ ਆਮ ਕਰਕੇ 5 ਮੈਚ ਖੇਡੇ ਜਾਂਦੇ ਹਨ। ਲਾਇਨ ਟੈਨਿਸ, ਟੇਬਲ ਟੈਨਿਸ ਆਦਿ ਦੇ ਵੀ ਕਈ ਸੈੱਟ ਖੇਡੇ ਜਾਂਦੇ ਹਨ ਤਾਂ ਕਿ ਕਿਸਮਤ ਵਾਲੀ ਗੱਲ ਦਾ ਭੋਗ ਪਾਇਆ ਜਾ ਸਕੇ। ਫਿਰ ਵੀ ਜਿਨ੍ਹਾਂ ਲੋਕਾਂ ਨੂੰ ਆਪਣੀ ਕਿਸਮਤ ਉੱਤੇ ਵਿਸ਼ਵਾਸ ਨਹੀਂ ਹੁੰਦਾ, ਉਹ ਸੰਸਕਾਰਾਂ ਦੇ ਵੱਸ ਆਪਣੀ ਜਿੱਤ ਹਾਰ ਨੂੰ ਕਿਸਮਤ ਨਾਲ ਜੋੜ ਦਿੰਦੇ ਹਨ। ਜਿੱਥੇ ਕਿਧਰੇ ਕਿਸੇ ਟੀਮ ਨੂੰ ਵਾਕਓਵਰ ਮਿਲਦਾ ਹੈ ਜਾਂ ਉਸ ਨੂੰ ਸੰਘਰਸ਼ ਤੋਂ ਬਿਨਾਂ ਹੀ ਜਿੱਤ ਪ੍ਰਾਪਤ ਹੁੰਦੀ ਹੈ, ਉਸ ਜਿੱਤ ਦਾ ਨਾ ਤਾਂ ਪੂਰਾ ਮਾਣ ਹੁੰਦਾ ਹੈ ਅਤੇ ਨਾ ਹੀ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਖੇਡ ਉਦੋਂ ਚਮਕਦੀ ਹੈ ਜਦੋਂ ਦੋਵੇਂ ਟੀਮਾਂ ਬਰਾਬਰ ਦੀਆਂ ਸ਼ਕਤੀਸ਼ਾਲੀ ਹੋਣ। ਇਸ ਨਾਲ ਨਾ ਕੇਵਲ ਉਤਸੁਕਤਾ ਹੀ ਉਪਜਦੀ ਹੈ, ਸਗੋਂ ਵੇਖਣ ਵਾਲਿਆਂ ਵਿੱਚ ਵੀ ਜੋਸ਼ ਉਪਜਦਾ ਹੈ ਅਤੇ ਨਿਰਪੱਖਤਾ ਆਉਂਦੀ ਹੈ। ਇਸ ਸਥਿਤੀ ਵਿੱਚ ਅਸੀਂ ਅਚੇਤ ਤੌਰ ਉੱਤੇ ਡਾਰਵਿਨ ਦੇ ਸਿਧਾਂਤ ਦੇ ਸੁੰਦਰਾਂ ਵਿੱਚ ਮਨੁੱਖੀ ਇਤਿਹਾਸ ਨੂੰ ਮੁੜ ਜਿਉਂ ਰਹੇ ਹੁੰਦੇ ਹਾਂ। ਜੇ ਦੋਵੇਂ ਟੀਮਾਂ ਬਰਾਬਰ ਹੋਣ ਤਾਂ ਉਹਨਾਂ ਦੀ ਜਿੱਤ ਹਾਰ ਦੀ ਸੰਭਾਵਨਾ ਵੀ ਬਰਾਬਰ ਹੁੰਦੀ ਹੈ। ਸਿਧਾਂਤਕ ਤੌਰ ਉੱਤੇ ਇਵੇਂ ਕਿਹਾ ਜਾ ਸਕਦਾ ਹੈ ਕਿ ਉਹ ਟੀਮ ਹਾਰੇਗੀ ਜਿਹੜੀ ਵਧੇਰੇ ਗਲਤੀਆਂ ਕਰੇਗੀ। ਜੇ ਇੱਕ ਟੀਮ ਗਲਤੀਆਂ ਕਰਦੀ ਜਾਵੇ ਪਰ ਦੂਜੀ ਟੀਮ ਉਹਨਾਂ ਦਾ ਲਾਭ ਨਾ ਉਠਾਵੇ ਤਾਂ ਸਿਧਾਂਤਕ ਤੌਰ ਉੱਤੇ ਦੋਵੇਂ ਟੀਮਾਂ ਬਰਾਬਰ ਰਹਿਣਗੀਆਂ। ਇਵੇਂ ਖੇਡਾਂ ਦੇ ਸਿਧਾਂਤਾਂ ਨੂੰ ਜੀਵਨ ਦੇ ਸਾਰੇ ਪੱਖਾਂ ਉੱਤੇ ਅਸੀਂ ਸਹਿਜੇ ਹੀ ਲਾਗੂ ਕਰ ਸਕਦੇ ਹਾਂ। ਫੌਜੀ ਕਮਾਂਡਰ ਨੇ ਜੰਗ ਦੇ ਮੈਦਾਨ ਵਿੱਚ ਇੱਕ ਟੀਮ ਦੇ ਕਪਤਾਨ ਵਾਂਗ ਫੌਜਾਂ ਨੂੰ ਵੱਖ-ਵੱਖ ਪੋਜੀਸ਼ਨਾਂ ਪ੍ਰਦਾਨ ਕੀਤੀਆਂ ਹੁੰਦੀਆਂ ਹਨ। ਮੁਕਾਬਲੇ ਦੀ ਕਿਸੇ ਵੀ ਸਥਿਤੀ ਨੂੰ ਖੇਡਾਂ ਦੇ ਸਿਧਾਂਤਾਂ ਦੇ ਆਧਾਰ ਉੱਤੇ ਖੋਖਿਆ ਜਾ ਸਕਦਾ ਹੈ ਅਤੇ ਲੋੜੀ ਦੇ ਸਬਕ ਸਿੱਖੇ ਜਾ ਸਕਦੇ ਹਨ। ਖੇਡਾਂ ਅਸੀਂ ਇਸ ਲਈ ਖੇਡਦੇ ਹਾਂ ਕਿਉਂਕਿ ਸਾਰੀ ਜ਼ਿੰਦਗੀ ਇੱਕ ਖੇਡ ਦੇ ਅਸੂਲਾਂ ਉੱਤੇ ਉਸਰੀ ਪਈ ਹੈ, ਅਤੇ ਸਾਡੀ ਜਥੇਬੰਦੀ, ਸਾਡਾ ਸਿਧਾਂਤਕ ਪੱਖ, ਸਾਡਾ ਅਭਿਆਸ, ਸਾਡੀ ਤਿਆਰੀ, ਆਪਸੀ ਸੰਯੋਗ ਆਦਿ ਦੇ ਵਿਉਂਤ ਜੀਵਨ ਵਿੱਚ ਸਾਡੀ ਸਫਲਤਾ ਜਾਂ ਅਸਫਲਤਾ ਨੂੰ ਨਿਰਧਾਰਤ ਕਰਦੀ ਹੈ। ਰਾਜਨੀਤੀ ਅਤੇ ਆਰਥਿਕ ਦੇ ਖੇਤਰਾਂ ਵਿੱਚ ਸਾਰਾ ਅਜੋਕਾ ਸੰਸਾਰ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ 2 ਟੀਮਾਂ ਵਿੱਚ ਵੰਡਿਆ ਹੋਇਆ ਹੈ। ਦੋਹੇਂ ਧਿਰਾਂ ਦੇ ਕਰੋੜਾਂ ਖਿਡਾਰੀਆਂ ਵਿੱਚ ਮੈਚ ਨਿਰੰਤਰ ਜਾਰੀ ਹੈ। ਧੰਨਵਾਦ।